जी अस्सलाम वालेकुम। इस वेले मैं 428 6R च खड़ा जी। एक छोटा जिहा फार्म है, डेयरी फार्म। बड़े बड़े तो सारे बनाते हैं, छोटे तो काम शुरू करना चाहिए। तो चौधरी साहब दे कोल, चौधरी साहब तुहाडा की इसमें ग्रामी जी? मकबूल अहमद। चौधरी मकबूल अहमद तोथड़। तोथड़ जी, तुसी 428 6R दे रहने? हाँ जी। तुसी बड़ा सिंपल जिहा काम बनाया है जी। मेरा ख्याल है दीवारां भित्तां दियां बनाइयां। हाँ जी। ਹੁਣ ਭਿੱਤ ਜਿਹੜੇ ਆ ਨਾ ਜੀ ਉਧਰਲੇ ਪੰਜਾਬ ਦੇ ਵਿੱਚ ਤੇ ਨਹੀਂ ਹੈਗੇ। ਆਉਣ ਵਾਲੀਆਂ ਨਸਲਾਂ ਨੂੰ ਸ਼ਾਇਦ ਇਹ ਖਾ ਵੀ ਹੋਣ, ਮੈਂ ਇਹਦੀ ਵੀ ਬਣਾ ਲਵਾਂ। ਇਹ ਦੇਖ ਲੈਣ, ਇਹ ਮਿੱਟੀ ਦੇ ਤਖਤੇ ਕਰਕੇ ਨਾ ਜੀ ਸਾਈਡਾਂ ਤੇ ਮਿੱਟੀ ਗਿੱਲੀ ਜੀ ਕਰਕੇ ਤੇ ਉਹਦੀਆਂ ਇਹ ਕੰਧਾਂ ਬਣਾਉਂਦੇ ਕੰਕਰੀਟ ਨਾਲੋਂ ਜਿਹੜੀਆਂ ਮਜ਼ਬੂਤ ਹੁੰਦੀਆਂ। ਹਾਂਜੀ, ਔਰ ਦੇਰ ਪਾ ਹੈ ਔਰ ਬੜੀਆਂ ਮਜ਼ਬੂਤ ਹੁੰਦੀਆਂ। ਚੌਧਰੀ ਸਾਹਿਬ ਨੇ ਜੀ ਇਹ ਛੋਟਾ ਜਿਹਾ ਇੱਕ ਸ਼ੈੱਡ ਬਣਾਇਆ। ਇਹਨਾਂ ਦੇ ਕੋਲ ਫਾਰਮ ਤੇ ਡੰਗਰ ਪਹਿਲੇ ਕਾਫੀ ਸੀ, ਹੁਣ ਇਹਨਾਂ ਨੇ ਘਟਾ ਤੇ ਚੌਧਰੀ ਸਾਹਿਬ ਘਟਾਉਣ ਦੀ ਵਜ੍ਹਾ ਅਸੀਂ ਪਾਰਟੀਸ਼ਨ ਪਾਈ ਸੀ ਨਾਲ ਤੇ ਉਹ 65-70 ਜਾਨਵਰ ਸਨ, ਫਿਰ ਇਸ ਵਾਸਤੇ ਜੀ ਠੀਕ ਹੋ ਗਿਆ। ਇਹ ਤੇ ਕੰਮ ਹੁੰਦਾ ਹੀ ਰਹਿੰਦਾ। ਹੁਣ ਤੁਹਾਡੇ ਕੋਲ ਕਿੰਨੇ ਜਾਨਵਰ? ਇਸ ਟਾਈਮ 30 ਨੇ ਜੀ। 30 ਜਾਨਵਰ ਆ। ਤੇ ਇਹ ਤੁਸੀਂ ਸਾਇਲਜ ਬਣਾਉਂਦੇ? ਜੀ ਸਾਇਲਜ। ਇਹ ਸਾਇਲਜ ਜਿਹੜਾ ਆ ਇਹ ਤੂੜੀ ਪੱਠੇ ਨਾਲੋਂ ਸਸਤਾ ਪੈਂਦਾ, ਮਹਿੰਗਾ ਪੈਂਦਾ? ਸਸਤਾ ਪੈਂਦਾ, ਤੂੜੀ ਨਾਲੋਂ ਸਸਤਾ ਪੈਂਦਾ। ਤੂੜੀ ਨਾਲੋਂ ਸਸਤਾ ਪੈਂਦਾ। ਦੂਸਰਾ ਇਹ ਜਾਨਵਰ ਦੀ ਜਿਹੜੀ ਪੈਦਾਵਾਰ ਦੁੱਧ ਦੀ ਆ ਉਹਨੂੰ ਵੀ ਵਧਾਉਂਦਾ ਹੈ ਜਾਂ ਪੱਠਿਆਂ ਦਾ ਕੋਈ ਫਰਕ ਪੈਂਦਾ? ਨਹੀਂ ਜੀ, ਬਹੁਤ ਜ਼ਿਆਦਾ ਵਧਾਉਂਦਾ ਹੈ। ਇਹਦੇ 'ਚ ਪ੍ਰੋਟੀਨ ਜ਼ਿਆਦਾ ਹੈ। ਅੱਛਾ ਜੀ। ਇਸ ਵਾਸਤੇ ਇਹਨਾਂ ਦੇ ਖਾਣੇ ਵਿੱਚ, ਇਹਨਾਂ ਦੇ ਹਜ਼ਮ ਕਰਨ 'ਚ ਬਹੁਤ ਬਿਹਤਰੀਨ ਹੈ। ਦੁੱਧ ਦੀ ਪ੍ਰੋਡਕਸ਼ਨ ਵੱਧਦੀ ਹੈ। ਅੱਛਾ ਜੀ। ਜਾਨਵਰ ਜ਼ਿਆਦਾ ਸਿਹਤਮੰਦ ਹੁੰਦਾ ਹੈ ਜੀ ਜੀ। ਤੇ ਮੈਨ ਪਾਵਰ ਜਿਹੜੀ ਉਹ ਵੀ ਘਟ ਜਾਂਦੀ ਹੈ। ਇੱਕ ਬੰਦਾ ਜਿਹੜਾ ਉਹ 40-50 ਜਾਨਵਰ ਜਿਹੜੇ ਨੇ ਉਹਨਾਂ ਨੂੰ ਸਾਂਭ ਸਕਦਾ ਸਾਇਲਜ ਦੇ ਨਾਲ। ਮੈਨ ਪਾਵਰ ਜਿਹੜੀ ਆ ਉਹ ਘੱਟ ਇਸਤੇਮਾਲ ਹੁੰਦੀ ਹੈ। ਠੀਕ ਹੈ ਜੀ। ਤੇ ਇਹ ਤੁਸੀਂ ਆਪਣਾ ਬਣਾ ਲੈਂਦੇ ਆ ਜੀ? ਅਸੀਂ ਆਪਣਾ ਵੀ ਤਿਆਰ ਹੋ ਜਾਂਦਾ ਹੈ, ਪਾਣੀ ਦਾ ਪ੍ਰੋਬਲਮ ਨਾ ਹੋਵੇ ਤੇ। ਅੱਛਾ ਜੀ। ਬਾਕੀ ਅਸੀਂ ਮੁੱਲ ਲੈ ਆਉਂਦੇ ਆ ਇਹਨੂੰ ਕ੍ਰੈਸ਼ ਕਰਵਾ ਕੇ। ਅੱਛਾ ਜੀ। ਆਪਣਾ ਇੱਥੇ ਦਾ ਪ੍ਰੋਸੈਸ ਜਿਹੜਾ ਉਹ ਖੁਦ ਕਰ ਲਈਦਾ, ਇਹਦਾ ਯਾਨੀ ਪ੍ਰੈਸ ਕਰ ਲਈਦਾ। ਕ੍ਰਸ਼ ਕਰਵਾ ਕੇ ਜਿੱਥੋਂ ਖਰੀਦਣਾ ਉੱਥੋਂ ਲੈਣਾ ਜੀ, ਤੇ ਇੱਥੇ ਲਿਆ ਕੇ ਪ੍ਰੋਸੈਸ ਕਰਕੇ ਇਹਨੂੰ ਦਬਾ ਲੈਣਾ। ਇਹ ਕਿਹੜੀ ਜਗ੍ਹਾ ਤੋਂ ਲਿਆਨੇ ਤੁਸੀਂ? ਇਹ ਜੀ ਚਿਸ਼ਤੀਆਂ ਤੋਂ, ਅਠਾੜ ਤੋਂ। ਤੇ ਕੀ ਭਾਅ ਮਿਲ ਜਾਂਦਾ ਉੱਥੋਂ? ਇਹ ਮਿਲਦਾ ਜੇ ਜਨਾਬ, ਜਿਹੜਾ ਇਹਨੂੰ ਕਰਵਾਇਆ ਨਾ ਅਸਾਂ ਹਾਰਵੈਸਟਰ ਨਾਲ। ਹਾਂਜੀ। ਇਹ ਮਿਲਿਆ ਜੇ 210 ਰੁਪਏ ਦੀ ਪਹੁੰਚ ਇੱਥੇ। 210 ਰੁਪਏ ਮਣ ਦੀ ਪਹੁੰਚ ਆ ਇੱਥੇ। ਤੇ ਵੈਸੇ ਜਿਹੜਾ ਤਿਆਰ ਆ ਉਹ ਤੇ ਮਹਿੰਗਾ ਮਿਲਦਾ। ਉਹ ਮੇਰਾ 7.5 ਰੁਪਏ ਕਿਲੋ ਜੀ। ਤੇ ਬਾਕੀ 300 ਤੋਂ 280 ਤੋਂ ਮਣ ਜਾਂ 380 ਤੋਂ ਮਣ। ਉਹ 25 ਮਣ ਦੀ ਗੱਠ ਉਹ ਵੀ ਅਸੀਂ ਮੰਗਵਾਉਂਦੇ ਆ, ਤਿਆਰਸ਼ੁਦਾ ਵੀ। ਅੱਛਾ ਜੀ। ਉਹ ਵੀ ਬਹੁਤ ਬਿਹਤਰੀਨ, ਬਹੁਤ ਅੱਛੀ ਕੁਆਲਿਟੀ ਉਹਦੀ, ਬਹੁਤ। ਅੱਛਾ, ਤੁਸੀਂ ਸਾਡੇ ਪੰਜਾਬ ਦੇ ਕਾਸ਼ਤਕਾਰਾਂ ਨੂੰ ਜਾਂ ਡੇਅਰੀ ਫਾਰਮਰਾਂ ਨੂੰ, ਆਮ ਲੋਕ ਜਿਹੜੇ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਆ, ਉਹਨਾਂ ਨੂੰ ਕੀ ਮਸ਼ਵਰਾ ਦੋਗੇ? ਇਹ ਕੰਮ ਕੈਸਾ ਹੈ? ਬਹੁਤ ਅੱਛਾ ਕੰਮ ਹੈ ਜੀ। ਜ਼ਿਮੀਂਦਾਰੇ ਨਾਲੋਂ ਇਸ ਟਾਈਮ ਸਾਡੇ ਇਲਾਕੇ ਦੇ ਨਿਸਬਤ, ਤੁਹਾਡਾ ਇਲਾਕਾ ਡਿਸਟ੍ਰਿਕਟ ਬਹਾਵਲ ਨਗਰ, ਤਹਿਸੀਲ ਚਿਸ਼ਤੀਆਂ, ਤਹਿਸੀਲ ਹਰੂਨਾਬਾਦ। ਹਾਂਜੀ। ਅੱਛਾ ਜੀ। ਇਸ ਇਲਾਕੇ ਦੇ ਵਿੱਚ ਇਸ ਟਾਈਮ ਜਾਨਵਰ ਸ਼ੈੱਡ ਬਣਾਉਣਾ ਜਾਂ ਇਹ ਜਿਹੜੇ ਜਾਨਵਰ ਰੱਖਣੇ ਨੇ, ਇਹ ਸਾਰਿਆਂ ਨੂੰ ਬਿਹਤਰ ਨਕਦਾਵਰ ਇੱਕ ਚੀਜ਼ ਹੈ ਜੀ। ਬਾਕੀ ਆਪਣਾ ਅਸੀਂ ਦੁੱਧ ਨਾਲ ਰੋਜ਼ਗਾਰ ਵੀ ਚਲਾਉਂਦੇ ਹਾਂ ਜੀ। ਸਾਰਾ ਸਿਸਟਮ ਇਹ ਬਿਹਤਰ ਹੈ ਇਸ ਟਾਈਮ। ਅੱਛਾ, ਮੈਂ ਦੇਖ ਰਿਹਾ ਤੁਹਾਡੇ ਫਾਰਮ ਦੇ ਵਿੱਚ ਮੱਝਾਂ ਵੀ ਆ, ਗਾਈਆਂ ਵੀ ਆ, ਔਰ ਗਾਈਆਂ ਵੀ ਕਈ ਨਸਲ ਦੀਆਂ ਆ। ਤੇ ਇਹ ਤੁਸੀਂ ਕਿਹੜੀ ਨਸਲ ਨੂੰ ਵੈਸੇ ਪਾਸ ਕਰਦੇ ਆ? ਜ਼ਿਆਦਾ ਜੀ ਕ੍ਰਾਸ ਫਰੀਜ਼ੀਅਨ ਜਿਹੜੀ। ਅੱਛਾ ਜੀ। ਉਹ ਜ਼ਿਆਦਾ ਦੁੱਧ ਦੀ ਪੈਦਾਵਾਰ ਦਿੰਦੀ ਹੈ। ਤੁਹਾਡੇ ਇੱਥੇ ਹੈਗੀ ਆ ਜੀ? ਕਿਹੜੀ ਆ? ਚਲੋ ਖਾਂ ਜ਼ਰਾ ਦਿਖਾਓ। ਇਹ ਭਾਈ ਹੁਣੀ ਜੀ ਸਾਇਲਜ ਪਾ ਕੇ ਆਏ ਡੰਗਰਾਂ ਨੂੰ। ਕੀ ਨਾਂ ਜੀ ਤੁਹਾਡਾ? ਅੱਲਾ ਦਿੱਤਾ ਸਾਹਿਬ। ਅੱਲਾ ਦਿੱਤਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਦੇਖੋ ਬੜੇ ਸ਼ੌਕ ਦੇ ਨਾਲ ਸਾਇਲਜ ਖਾ ਰਹੇ ਆ। ਅੱਛਾ ਜੀ। ਇਹ ਕਿੰਨਾ ਕੁ ਦੁੱਧ ਦਿੰਦੀਆਂ ਜੀ? ਕੋਈ 25 ਲੀਟਰ ਤੱਕ। ਹਾਂਜੀ। 20 ਤੋਂ 25 ਲੀਟਰ। 20 ਤੋਂ 25 ਲੀਟਰ ਡੇਲੀ। ਇਹ ਕਿੰਨੀ ਵਾਰ ਚੋਨੇ ਤੁਸੀਂ? 2 ਟਨ। ਠੀਕ ਹੋ ਗਿਆ। ਤੁਹਾਡਾ ਬੜਾ ਜੀ ਮੈਨੂੰ ਪਸੰਦ ਆਇਆ ਉਹ ਇਹ ਹੈ ਕਿ ਕਮ ਖਰਚੇ ਦੇ ਨਾਲ ਤੁਸੀਂ ਦੀਵਾਰਾਂ ਜਿਹੜੀਆਂ ਉਹ ਕੱਚੀਆਂ ਬਣਾ ਲਈਆਂ, ਹੌਦੀ ਬਣਾ ਲਈ, ਬਾਂਸ ਦੀ ਉੱਤੇ ਛੱਤ ਪਾ ਲਈ। ਇਹ ਮੈਂ ਦਿਖਾਣਾ ਜੀ। ਬਾਂਸ ਦੀ ਛੱਤ ਪਾ ਲਈ ਹੈ, ਗਾਡਰ ਪਾ ਲਿਆ। ਗਾਡਰ ਕਿੰਨੇ ਫਾਸਲੇ ਤੇ ਪਾਇਆ ਆ? ਇਹ 17 ਫੁੱਟ। 17 ਫੁੱਟ ਦਾ ਗਾਡਰ ਆ। ਤੇ ਗਾਡਰ ਤੋਂ ਗਾਡਰ ਕਿੰਨਾ ਫਾਸਲਾ ਜੀ? ਗਾਡਰ ਤੋਂ ਗਾਡਰ 14 ਫੁੱਟ ਤੇ। ਬੜਾ ਸਿੰਪਲ ਜਿਹਾ ਔਰ ਸਾਦਾ ਕੰਮ, ਖਰਚਾ ਉਹਦੀ ਬਜਾਏ ਬੰਦਾ ਡੰਗਰਾਂ ਤੇ ਲਾ ਲੈ। ਅੱਛਾ, ਤੁਸੀਂ ਇਹਦੇ ਨਾਲ ਵੰਡਾ ਵੀ ਇਸਤੇਮਾਲ ਕਰਦੇ ਆ?
ਜੀ ਵੰਡਾ ਥੋੜੀ ਮਕਦਾਰ ਚ ਹੁਣ ਪਾਈਦਾ। ਅੱਛਾ ਜੀ, ਸਾਈਲੇਜ ਦੇ ਬਾਅਦ ਇਹਦੇ ਵਿੱਚ ਦਾਣਾ ਹੁੰਦਾ ਨਾ, ਜੀ ਇਸ ਵਾਸਤੇ ਵੰਡਾ ਥੋੜਾ ਪਾਣਾ ਪੈਂਦਾ। ਤੇ ਆਹ ਮੱਝਾਂ ਕਿਹੜੀ ਨਸਲ ਦੀਆਂ ਤੁਹਾਡੀਆਂ? ਮੱਝਾਂ ਇੱਕ ਤੇ ਸਾਡੇ ਰਵਾਇਤੀ ਨੇ, ਜਿਹੜਾ ਪਹਿਲਾਂ ਜਿਹੜੀ ਆਮ ਚੱਲਦੀ ਹੈ ਨੀਲੀ ਰਾਵ ਬਈ। ਨੀਲੀ ਰਾਵ। ਅੱਛਾ ਜੀ, ਠੀਕ ਹੋ ਗਿਆ। ਤੇ ਆਹ ਮਾਲ ਹੈਗਾ ਪੱਛੜ ਜਾਂ ਫੰਡਰ ਜਾਂ ਕਾਟੂ? ਇਹਦੇ ਚ ਪ੍ਰੈਗਨੈਂਟ ਵੀ ਹੈ ਨੇ। ਅੱਛਾ ਜੀ, ਬਾਕੀ ਉਸ ਅਮਲ ਚ ਆਉਣ ਵਾਲੀ ਐਕਟਿਵ ਨੇ ਸਾਰੀਆਂ। ਅੱਛਾ ਜੀ, ਇਨਸ਼ਾਅੱਲਾ ਜਲਦੀ 2-4 ਮਹੀਨੇ ਤੱਕ ਇਹ ਆ ਜਾਣਗੀਆਂ ਸਿਸਟਮ ਚ। ਇਹ ਇਸ ਵੇਲੇ ਤੁਹਾਡੇ ਫਾਰਮ ਤੇ ਕਿੰਨੇ ਡੰਗਰ? 30 ਨੇ ਜਾਨਵਰ। 30 ਜਾਨਵਰ। 30 ਜਾਨਵਰ ਰੱਖ ਕੇ ਬੰਦਾ ਆਪਣੇ ਘਰ ਦਾ ਸਰਕਟ ਚਲਾ ਲੈਂਦਾ। ਬਿਹਤਰੀਨ। ਤੇ ਤੁਸੀਂ ਦੁੱਧ ਤੋਂ ਇਲਾਵਾ ਜਾਨਵਰ ਵੀ ਵੇਚਦੇ ਆ? ਬਸ ਜਿਹੜੇ ਜ਼ਰੂਰਤ ਦੇ ਮੁਤਾਬਕ ਵੇਚਣੇ ਆ ਜੀ। ਆਮ ਅਗਰ ਕਾਸ਼ਤਕਾਰ ਤੁਹਾਡੇ ਨਾਲ ਮਸ਼ਵਰਾ ਕਰਨਾ ਚਾਹਵੇ, ਤੁਸੀਂ ਉਹਨੂੰ ਮਸ਼ਵਰਾ ਦਿਓਗੇ? ਇਨਸ਼ਾਅੱਲਾ। ਜੇ ਕੋਈ ਤੁਹਾਨੂੰ ਟੈਲੀਫੋਨ ਕਰਨਾ ਚਾਹੇ, ਹਾਜ਼ਰ ਜਨਾਬ। ਤੁਸੀਂ ਉਹਦਾ ਜਵਾਬ ਦਿਓਗੇ? ਇਹ ਨਾ ਕਹੋ ਚੌਧਰੀ ਸਰਫਰਾਜ਼ ਨੇ ਕਿੱਥੇ ਸਾਨੂੰ ਫਸਾਤਾ। ਨਹੀਂ ਸਰ। ਤੁਸੀਂ ਆਪਣਾ ਨੰਬਰ ਬੋਲਿਓ। 0344 0344 72 72 17 17 428 428 428 ਤੁਹਾਡੇ ਪਿੰਡ ਦਾ ਵੀ ਹੈ, ਪਿੰਡ ਦੇ ਨਾਂ ਦੇ ਨਾਲ ਤੁਸੀਂ ਲਿਆ ਆ। ਠੀਕ। ਅੱਛਾ, ਇਹ ਜਿਹੜਾ ਇੰਨੀ ਸਪੇਸ ਛੱਡੀ ਆ, ਇਹ ਕਿਉਂ ਛੱਡੀ ਆ? ਇਹ ਸਰ ਇਸ ਵਾਸਤੇ ਕਿ ਇਹਦੇ ਚ ਜਿਸ ਟਾਈਮ ਇਹ ਛੱਤ ਉਤਲਾ ਵੀ ਪੈ ਜਾਏਗਾ ਨਾ ਗੈਲਰੀ ਦਾ, ਹਾਂਜੀ, ਉਸ ਟਾਈਮ ਅਸੀਂ ਇਹਦੇ ਚ ਇੱਕ ਤੇ 24 ਘੰਟੇ ਦਾ ਇਹਨਾਂ ਦਾ ਰਾਸ਼ਨ ਜਿਹੜਾ ਨਾ ਜੀ, ਮੁਕੰਮਲ ਵੀ ਧਰ ਸਕਦੇ ਹਾਂ। ਅੱਛਾ ਜੀ, ਬਾਕੀ ਇਹ ਖਰਾਬ ਨਹੀਂ ਹੁੰਦਾ, ਸਫਾਈ ਰਹਿੰਦੀ। ਠੀਕ ਹੋ ਗਿਆ। ਸਫਾਈ ਵਾਸਤੇ ਹਾਂਜੀ। ਅਗਰ ਅਸੀਂ ਟਰੈਕਟਰ ਤੇ ਜਾਂ ਰੇੜੀ ਤੇ ਵੀ ਪੱਠੇ ਲਿਆ ਕੇ ਜੀ, ਜਲਦੀ ਪਾਣਾ ਚਾਹੀਏ ਤਾਂ ਉਹ ਸਾਰਾ ਰੇੜੀ ਵੀ ਡਾਇਰੈਕਟ ਆ ਜਾਂਦੀ ਆ। ਹਾਂਜੀ। ਲੂਣ ਦੇ ਡਲੇ ਵੀ ਤੁਸੀਂ ਰੱਖੇ? ਲੂਣ ਦੇ ਡਲੇ ਕਾਹਦੇ ਵਾਸਤੇ ਰੱਖੀਦੇ ਜੀ? ਇਹ ਤੇ ਸਭ ਤੋਂ ਬੈਸਟ ਹੈ ਜਨਾਬ ਕਿ ਲੋਨ ਦੇ ਡਲੇ ਜਿਹੜੇ ਨੇ ਤੇ 24 ਘੰਟੇ ਇਹਨਾਂ ਦੇ ਅੱਗੇ ਹੋਣੇ ਚਾਹੀਦੇ ਨੇ, ਤੇ ਪਾਣੀ 24 ਆਵਰ ਜ਼ਰੂਰੀ। ਪਾਣੀ ਤੇ ਲੂਣ ਇਹ 24 ਘੰਟੇ ਚਾਹੀਦੇ ਆ, ਆਪਣੀ ਜ਼ਰੂਰਤ ਦੇ ਮੁਤਾਬਕ ਮਾਦਨੀਆਤ ਪੂਰਾ ਕਰਨ ਔਰ ਪਾਣੀ ਪੀਣ। ਜੀ ਇਹਨਾਂ ਦੇ ਮਸਲਨ ਜਿਹੜਾ ਇਹਨਾਂ ਦੀ ਹੁੰਦੀ ਹੈ ਨਾ ਜੀ, ਕਰਦੇ ਨੇ ਜਾਨਵਰ ਜਿਹੜੇ ਜੀ, ਇਹਨਾਂ ਦੀ ਕਮੀ ਹੁੰਦੀ ਹੈ ਜੀ, ਨਮਕੀਆਤ ਦੀ। ਅੱਛਾ ਜੀ, ਠੀਕ। ਅੱਛਾ ਚੌਧਰੀ ਸਾਹਿਬ, ਫਾਰਮਾਂ ਵਾਲੇ ਅਕਸਰ ਜਿਹੜੇ ਆ ਨਾ ਜਾਨਵਰਾਂ ਦੇ ਸਿੰਗ ਜਿਹੜੇ ਉਹ ਕੱਟ ਦਿੰਦੇ, ਡੀਹਾਰਨਿੰਗ ਕਰ ਲੈਂਦੇ, ਤੁਸੀਂ ਕਿਉਂ ਨਹੀਂ ਕੀਤੀ? ਇਹਦੇ 'ਚ ਥੋੜ੍ਹੇ ਜਿਹੇ ਪ੍ਰੋਬਲਮ ਆਏ ਸਨ ਕਿ ਅਸੀਂ ਤੇ ਇੱਥੇ ਸਾਡੇ ਜਿਹੜੇ ਟੈਕਨੀਸ਼ੀਅਨ ਹੁੰਦੇ ਨੇ ਉਹਨਾਂ ਨਾਲ ਉਹ ਜ਼ਿਆਦਾ ਉਹਨੂੰ ਗਹਿਰਾਈ ਨਾਲ ਜਾਂ ਉਹ ਜਿਹੜਾ ਕਾਸਟਿਕ ਸੋਡਾ ਹੈ ਉਹਦੇ ਨਾਲ ਜਿਹੜਾ ਆਮ ਤਰੀਕਾਕਾਰ ਹੈ, ਉਹਦੀ ਵਜ੍ਹਾ ਨਾਲ 1-2 ਬੱਚਿਆਂ ਦੇ ਪੈ ਗਏ ਨੇ ਕੀੜੇ। ਅੱਛਾ ਜੀ। ਇਸ ਵਾਸਤੇ ਅਸੀਂ ਉਹ ਫਿਰ ਥੋੜਾ ਜਿਹਾ ਉਹ ਤੋਂ ਗਰੇਜ਼ ਕੀਤਾ ਜੀ। ਇਹਨਾਂ ਦੀ ਬਾਅਦ ਚ ਰੀਹਾਰਨਿੰਗ ਕਰ ਲਈਦੀ ਏ, ਇਹਨਾਂ ਦੀ ਸਿੰਘ ਛਡਾ ਲਈਦੇ ਨੇ, ਉਹਨਾਂ ਨੂੰ ਕਿਸੇ ਲੋਹੇ ਨਾਲ ਗਰਮ ਕਰਕੇ ਉੱਥੋਂ ਲਾ ਲਿਆ ਤੇ ਉਸ ਦੇ ਉੱਤੇ ਲਾ ਦਈਦੀ ਏ ਪੋਟਾਸ਼ ਲਾਉਂਦੇ, ਤੇ ਫਿਰ ਉਹ ਵੀ ਨਹੀਂ ਵੱਧਦੇ ਜੀ? ਨਹੀਂ, ਫਿਰ ਮੁੱਢ ਤੋਂ ਕੱਟੇ ਜਾਂਦੇ। ਠੀਕ ਹੈ। ਅੱਛਾ, ਇੱਕ ਮੈਨੂੰ ਤੁਹਾਡੇ ਫਾਰਮ ਦੀ ਚੀਜ਼ ਪਸੰਦ ਆਈ ਤੁਹਾਡੀਆਂ ਗੱਲਾਂ 'ਚ, ਤੁਸੀਂ ਆ ਜਿਹੜੀ ਸੈਂਟਰ ਜਗ੍ਹਾ ਰੱਖੀ ਹੈ ਨਾ, ਇਹਦੇ ਉੱਤੇ ਹਜੇ ਛੱਤ ਨਹੀਂ ਪਾਈ। ਯਾਨੀ ਤੁਸੀਂ ਇਹ ਹਿਸਾਬ ਲਾਣ ਨੇ ਕਿ ਜਿਸ ਤਰ੍ਹਾਂ ਹਿਸਾਬ ਕਿਤਾਬ ਬੰਦੇ ਦਾ ਬਣਦਾ ਰਹੇ ਉਹਦਾ ਕਰਦਾ ਰਹੇ, ਬਜਾਏ ਇਸ ਦੇ ਕਿ ਬੰਦਾ ਕਵੇ ਪਹਿਲਾਂ ਮੈਂ ਲੱਖਾਂ ਰੁਪਈਆ ਇਕੱਠਾ ਕਰਾਂ, ਮੈਂ ਬਿਹਤਰੀਨ ਸ਼ੈੱਡ ਬਣਾਵਾਂ, ਫਿਰ ਮੈਂ ਬਹੁਤ ਆਲਾ ਡੰਗਰ ਖਰੀਦਾਂ, ਫਿਰ ਮੈਂ ਉਹ ਪਾਵਾਂ, ਸਾਇਲੇਜ ਦੀਆਂ ਧੜਾਂ ਬਣਾਵਾਂ। ਕੰਮ ਸ਼ੁਰੂ ਕਰ ਦੇਣਾ ਚਾਹੀਦਾ, ਸ਼ੁਰੂ ਕਰਨਾ ਚਾਹੀਦਾ ਆਹਿਸਤਾ ਆਹਿਸਤਾ। ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਇਨਸ਼ਾਅੱਲਾ ਅੱਲਾਹ ਪਾਕ ਇਹਦੇ 'ਚ ਬਰਕਤ ਪਾਉਂਦਾ ਔਰ ਇਨਸ਼ਾਅੱਲਾ ਹੋ ਜਾਂਦਾ। ਅੱਛਾ, ਇਹ ਤੁਹਾਨੂੰ ਕਿੰਨੇ ਸਾਲ ਹੋ ਗਏ ਆ ਇਸ ਕੰਮ ਨੂੰ? ਵੈਸੇ ਤਾਂ ਪੇ ਦਾਦੇ ਤੋਂ ਨਸਲਾਂ ਤੋਂ ਇਹੀ ਕੰਮ ਕਰਦੇ ਆ ਜੀ। ਸਾਨੂੰ ਹੋ ਗਏ ਨੇ ਜੀ 7-8 ਸਾਲ। ਅੱਛਾ, ਤੁਸੀਂ ਇਹ ਦੱਸੋ ਇੱਥੇ ਜਾਨਵਰਾਂ ਨੂੰ ਇਸ ਤਰ੍ਹਾਂ ਖੁੱਲ੍ਹੇ ਛੱਡਿਆਂ ਕੋਈ ਬਿਮਾਰੀਆਂ, ਕੋਈ ਮਸਲਾ? ਨਹੀਂ ਜੀ, ਬਹੁਤ ਘੱਟ ਨੇ ਬਿਮਾਰੀਆਂ ਦਾ। ਤੇ ਛੋਟਾ ਮੋਟਾ ਅਸੀਂ ਡੀਵਰਮਿੰਗ ਵੀ ਕਰਨੀ ਹੁੰਦੀ ਹੈ ਇਹਨਾਂ ਦੀ ਹਰ 2-3 ਮਹੀਨੇ ਬਾਅਦ। 2-3 ਮਹੀਨੇ ਬਾਅਦ ਡਿਵਰਮਿੰਗ ਹੋਣੀ ਚਾਹੀਦੀ ਹੈ। ਹਾਂਜੀ। ਤੇ ਉਸ ਤੋਂ ਇਲਾਵਾ ਇਹਨਾਂ ਦੇ ਖੁੱਲੇ ਰਹਿਣ ਨਾਲ ਬੜੇ ਖੁਸ਼ ਹੋ ਕੇ ਬਹਿੰਦੇ ਨੇ ਆਪਣੀ ਮਰਜ਼ੀ ਨਾਲ। ਅੱਛਾ ਜੀ। ਖਾ ਰਹੇ ਪੱਠੇ, ਬਹੁਤ ਬਿਮਾਰੀਆਂ ਦੀ ਕਮੀ ਹੈ ਰਹਿੰਦੀ ਸ਼ੈੱਡ ਤੇ। ਇਹਨਾਂ ਦੀ ਵੈਕਸੀਨ ਅਸੀਂ ਕਰਵਾਉਂਦੇ ਨੇ। ਅੱਛਾ ਚੌਧਰੀ ਸਾਹਿਬ, ਅਕਸਰ ਜਿਹੜੇ ਇਹ ਹੈਗੇ ਜਾਨਵਰ, ਇਹਨਾਂ ਨੂੰ ਚਿੱਚੜ ਪੈ ਜਾਂਦੇ, ਉਹਦਾ ਤੁਸੀਂ ਕੀ ਕਰਦੇ? ਚਿਚੜਾਂ ਦਾ ਇੱਕ ਤੇ ਇੰਜੈਕਸ਼ਨ ਹੀ ਅਸੀਂ ਲਗਾਉਂਦੇ ਆ ਇਹਨਾਂ ਨੂੰ। ਅੱਛਾ ਜੀ। ਬਾਇਓਟੈਕ ਜਾਂ ਜਿਹੜਾ ਉਹਦੇ ਨਾਲ ਕੰਪਨੀ ਦਾ ਚੱਲਦਾ, ਤੇ ਉਹ ਇਹਨਾਂ ਦੇ ਚਿਚੜ ਵੀ ਖਤਮ ਹੁੰਦੇ ਨੇ, ਇਹਨਾਂ ਦੇ ਅੰਦਰ ਵਾਲੇ ਕੀੜੇ ਜਿਹੜੇ ਨੇ ਉਹ ਵੀ ਖਤਮ। ਉਹ ਕਿੰਨੇ ਅਰਸੇ ਬਾਅਦ ਲਾਉਣਾ ਪੈਂਦਾ ਜੀ? ਵੈਸੇ ਤਾਂ ਜੀ ਇਹਨਾਂ ਦਾ ਮਾਰਚ ਵਿੱਚ, ਫਰਵਰੀ ਮਾਰਚ ਵਿੱਚ ਹੁੰਦਾ, ਸਾਲ 'ਚ 2 ਦਫਾ ਕਰਵਾ। ਸਾਲ 'ਚ 2 ਦਫਾ ਉਹ ਹੋ ਜਾਂਦਾ। ਅਕਸਰ ਫਾਰਮਾਂ ਤੇ ਇਹ ਪਤਾ ਲੱਗਿਆ ਕਿ ਜੀ ਜਿਹੜੇ ਹੱਥ ਨਾਲ ਚੋਂਦੇ ਆ, ਥਣਾ ਨੂੰ ਬਿਮਾਰੀ ਪੈ ਜਾਂਦੀ, ਉਹ ਕਿਉਂ ਪੈਂਦੀ ਤੇ ਉਹਦਾ ਤੁਸੀਂ ਕੀ ਇਲਾਜ ਕਰਦੇ?
ਥਾਣਾ ਨੂੰ ਬਿਮਾਰੀ ਤੇ ਜਨਾਬ ਇਸ ਵਜ੍ਹਾ ਤੋਂ ਹੀ ਪੈਂਦੀ ਹੈ ਕਿ 2-3 ਤਰੀਕੇ ਹੁੰਦੇ ਨੇ ਥਣ ਦੀ ਚੁਆਈ ਤੇ ਜੀ ਕਿ ਇੱਕ ਕੋਈ ਆਮ ਰਵਾਇਤੀ ਤਰੀਕੇ ਨੇ, ਕੋਈ ਅੰਗੂਠਾ ਭੰਨ ਕੇ ਚਾਹੁੰਦਾ, ਹਾਂਜੀ, ਉਹ ਬੀਬੀਆਂ ਵਾਂਗੂ ਚਾਹੁੰਦੇ ਕਈ ਬੰਦੇ ਕੋਈ ਜ਼ਿਆਦਾ ਥਣ ਨੂੰ ਫੜ ਕੇ ਜ਼ਿਆਦਾ ਖਿੱਚਦਾ ਜੀ, ਇਸ ਵਜ੍ਹਾ ਤੋਂ, ਜਾਂ ਇੱਕ ਬਿਹਤਰੀਨ ਚੁਆਈ ਤੇ ਹੁੰਦੀ ਜਿਹੜੀ ਮੁੱਠ ਨਾਲ ਹੁੰਦੀ ਹੈ ਇਸ ਤਰ੍ਹਾਂ ਜੀ ਅੰਗੂਠੇ ਨਾਲ। ਬਾਕੀ ਇਹਨਾਂ ਨੂੰ ਮਸ਼ੀਨ ਹੀ ਬਿਹਤਰ ਹੁੰਦੀ। ਮਸ਼ੀਨ ਹੀ ਵੈਸੇ ਅੱਲਾ ਨਾ ਕਰੇ ਅਗਰ ਥਣ ਖਰਾਬ ਹੋ ਜਾਏ, ਉਹ ਜੇ ਛਿਛੜੇ ਆਉਣ ਲੱਗ ਪੈਣ, ਉਹਦਾ ਕੋਈ ਦੇਸੀ ਟੋਟਕਾ ਬੜਾ ਕੀ ਜੀ? ਇੱਕ ਤਾਂ ਸਾਰੇ ਉਹਦੇ ਵਾਸਤੇ ਜਿਹੜਾ ਨਾ ਨਮਕ, ਸ਼ੀਸ਼ਾ ਨਮਕ, ਹਾਂਜੀ ਇੱਕ ਕਾਸਟਿਕ ਹੁੰਦੀ ਹੈ ਜਿਹੜੀ ਟਾਟਰੀ, ਹਾਂਜੀ ਇੱਕ ਦੋ ਹੋਰ ਚੀਜ਼ਾਂ ਨੇ ਇਹ ਵਿੱਚ ਉਹਦੇ ਮਿਲਾ ਕੇ ਤੇ ਉਹਨਾਂ ਦੀ ਅਸੀਂ ਪਿੰਨੀਆਂ ਬਣਾ ਲੈਂਦੇ ਹਾਂ, ਲਸਣ ਵਿੱਚ ਪਾ ਲੈਂਦੇ ਹਾਂ ਜੀ। ਉਹਦੇ ਨਾਲ ਉਹਨਾਂ ਦਾ ਟੈਸਟ ਹੋ ਜਾਂਦਾ ਹੈ, ਬਿਹਤਰੀਨ ਹੋ ਜਾਂਦਾ, ਛਿਛੜੇ ਵੀ ਖਤਮ ਹੋ ਜਾਂਦੇ ਨੇ ਇਹਨਾਂ ਦੇ, ਹੋਰ ਇਨਫੈਕਸ਼ਨ ਕੋਈ ਹੋਵੇ। ਨਸਲ ਕਸ਼ੀ ਵਾਸਤੇ ਤੁਸੀਂ ਸਾਨ ਇਸਤੇਮਾਲ ਕਰਦੇ ਜਾਂ ਟੀਕਾ ਲਵਾਉਂਦੇ ਆ? ਨਹੀਂ, ਜ਼ਿਆਦਾ ਟੀਕਾ ਜ਼ਿਆਦਾ ਟੀਕਾ ਹੀ ਲਵਾਉਂਦੇ ਆ। ਉਹ ਇੱਥੇ ਤੁਹਾਡਾ ਸਰਕਾਰੀ ਡਾਕਟਰ ਲਾਉਂਦਾ ਜਾਂ ਪ੍ਰਾਈਵੇਟ ਲਵਾਉਂਦਾ? ਸਰਕਾਰੀ ਵੀ, ਪ੍ਰਾਈਵੇਟ ਵੀ। ਠੀਕ ਹੈ। ਅਗਰ ਕੋਈ ਨਵਾਂ ਬੰਦਾ ਇਹ ਕੰਮ ਸ਼ੁਰੂ ਕਰਨਾ ਚਾਹਵੇ ਤਾਂ ਉਹਨੂੰ ਤੁਸੀਂ ਕੀ ਮਸ਼ਵਰਾ ਦਿਓਗੇ? ਇਨਸ਼ਾਅੱਲਾ ਜੀ, ਸਾਡੇ ਤੋਂ ਮਸ਼ਵਰੇ ਦੀ, ਸਾਡੀ ਹੈਲਪ ਦੀ ਜ਼ਰੂਰਤ ਹੋਵੇ, ਅਸੀਂ ਤਾਂ ਵੀ ਆਪਣੇ ਦੋਸਤ ਭਾਈ ਨੂੰ ਦੱਸਾਂਗੇ ਜੀ। ਇਨਸ਼ਾਅੱਲਾ ਉਹ ਕਰੇ। ਬਹੁਤ ਅੱਛਾ ਤਰੀਕਾ ਹੈ ਇਹਦੀ। ਇੱਕ ਤਾਂ ਓਪਨ ਹੋਣੇ ਚਾਹੀਦੇ ਨੇ ਜਾਨਵਰ, ਖੁੱਲ੍ਹੇ ਹੋਣੇ ਚਾਹੀਦੇ ਨੇ ਜੀ ਸਭ ਤੋਂ ਪਹਿਲਾਂ ਜੀ। ਸ਼ੈੱਡ ਦੀ ਜਗ੍ਹਾ ਬਿਹਤਰੀਨ ਅੱਛੀ ਹੋਣੀ ਚਾਹੀਦੀ ਜੀ। ਇਨਸ਼ਾਅੱਲਾ ਸ਼ੁਰੂ ਕਰੇ, ਪ੍ਰੋਫਿਟੇਬਲ ਕੰਮ। ਅੱਛਾ ਚੌਰ ਸਾਹਿਬ, ਇਹ ਦੱਸੋ ਤੁਹਾਡੀ ਇਹ ਜਗ੍ਹਾ ਜਿਹੜੀ ਹੈਗੀ ਆ 30 ਜਾਨਵਰਾਂ ਵਾਸਤੇ, ਇਹ ਕਿੰਨੀ ਮਰਲੇ ਆ ਜਾਂ ਕਨਾਲ ਆ, ਕਿੰਨੀ ਜਗ੍ਹਾ ਹੈ? ਇਹ ਜਨਾਬ 4 ਕਨਾਲ ਜਗ੍ਹਾ ਹੈ। 4 ਕਨਾਲ 1 ਬਿਘਾ। 1 ਬਿਘੇ ਦੇ ਵਿੱਚ ਸ਼ੈੱਡ ਜਿਹਦੇ ਜਾਨਵਰ, ਇਹ ਕਿੰਨੀ ਜਗ੍ਹਾ ਹੈ? ਇਹ ਜਗ੍ਹਾ ਸਾਡਾ ਸਰ 60 ਫੁੱਟ ਲੰਬਾਈ, 60 ਫੁੱਟ ਲੰਬਾਈ ਜੀ ਜੀ, ਤੇ 40 ਫੁੱਟ ਚੌੜਾਈ। 40 ਫੁੱਟ ਚੌੜਾਈ ਤੇ ਇਹ ਜਿਹੜੀ 36 ਹੈ। ਜੀ। ਉਹਦੇ ਤੋਂ ਬਾਅਦ ਆ ਜਿਹੜੀ ਆ ਅਲੱਗਾ ਜੀ, ਅਲੱਗਾ ਇਹਨਾਂ ਦੇ ਫਿਰਨ ਵਾਸਤੇ, ਕੋਈ ਇਹਨਾਂ ਦੀ ਰੈਸਟ ਵਾਸਤੇ ਆ ਹੈ ਜੀ, ਜਿੱਥੇ ਆਪਣੀ ਮਰਜ਼ੀ ਨਾਲ ਇਹ ਰੈਸਟ ਕਰਨ ਫਿਰਨ। ਇਹ ਇੱਧਰ ਵੀ ਹੈ। ਇਹ ਤੁਸੀਂ ਟੋਕਾ ਲਗਾਇਆ ਆ, ਟੋਕੇ ਤੇ ਪਰਲੇ ਪਾਸੇ ਸਾਇਲਜ ਨਜ਼ਰ ਆ ਰਿਹਾ, ਜੀ ਜੀ, ਪਰੇ ਸਰਸਬਜ਼ ਜ਼ਮੀਨ ਨਜ਼ਰ ਆ ਰਹੀ ਹੈ। ਜ਼ਮੀਨ ਬਹੁਤ ਆਲਾ ਜੀ ਇਸ ਇਲਾਕੇ ਦੀ, ਲੇਕਿਨ ਬਦਕਿਸਮਤੀ ਇਹ ਹੈ ਕਿ ਪਾਣੀ ਜਿਹੜਾ ਨਾ ਨਹਿਰੀ ਉਹ ਨਹੀਂ ਹੈਗਾ, ਔਰ ਨਹਿਰਾਂ ਬੰਦ ਰਹਿੰਦੀਆਂ। ਜਿਹੜੇ ਵਸਤੀ ਪੰਜਾਬ ਵਾਲੇ ਉਹਨਾਂ ਨੂੰ ਕਹਿੰਦੇ ਕਿ ਜਨੂਬੀ ਪੰਜਾਬ ਨੂੰ ਪਾਣੀ ਦੇਤਾ, ਲੇਕਿਨ ਜਨੂਬੀ ਪੰਜਾਬ 'ਚ ਆ ਕੇ ਦੇਖਿਆ ਪਾਣੀ ਇੱਥੇ ਵੀ ਕੋਈ ਨਹੀਂ। ਪਾਣੀ ਪਤਾ ਨਹੀਂ ਜ਼ਮੀਨ ਹੀ ਪੀ ਜਾਂਦੀ ਹੈ ਜਾਂ ਇਹ ਢਿੱਡਾਂ। ਅਸਲ ਦੇ ਵਿੱਚ ਨਾ ਜੀ ਡੈਮ ਨਹੀਂ ਬਣ ਸਕੇ ਢੰਗ ਦੇ। ਅੱਛਾ, ਮੈਂ ਦੇਖ ਰਿਹਾ ਤੁਹਾਡੇ ਫਾਰਮ 'ਚ ਕੁੱਕੜੀਆਂ ਦੇਸੀ ਔਰ ਕੁੱਕੜ ਵੀ ਫਿਰ ਰਹੇ ਹੋ, ਬਲਕਿ ਕੁੱਕੜ ਨਜ਼ਰ ਆ ਰਿਹਾ ਉਹ ਮੰਜੇ ਦੇ ਉੱਤੇ ਤੁਰਾ ਫਿਰਦਾ। ਇਹ ਤੁਸੀਂ ਕਿਉਂ ਰੱਖੇ? ਬੜਾ ਅੱਛਾ ਸਿਸਟਮ ਹੈ ਜੀ ਇੱਥੇ। ਇਹਨਾਂ ਦੇ ਆਂਡੇ ਵੀ ਇਹਨਾਂ ਦੇ ਖਾਣ ਵਾਸਤੇ ਜੀ, ਗੋਸ਼ਤ ਵੀ ਇਹਦਾ। ਇਹ ਫਾਰਮ ਦੇ ਅੰਦਰ ਵੀ ਆ ਜਾਂਦੇ ਕੁੱਕੜ? ਬਸ ਗਰੇਜ਼ ਹੀ ਕਰੀਦਾ। ਅੱਛਾ ਜੀ। ਵੈਸੇ ਆਮ ਲੋਕ ਇਹ ਕਹਿੰਦੇ ਜਾਂ ਸਿਆਣੇ ਇਹ ਕਹਿੰਦੇ ਹੁੰਦੇ ਸੀ ਕਿ ਜਿਹੜੇ ਪਰਿੰਦੇ ਆ ਇਹ ਕੁਦਰਤੀ ਇਲਾਜ ਆ ਚਿਚੜਾਂ ਵਗੈਰਾ ਦਾ, ਇਹ ਚੁਗ ਲੈਂਦੇ ਆ। ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਅਸੀਂ ਕਿਤੇ ਆਉਣੇ ਨਹੀਂ ਦਿੱਤੇ ਇਹਨਾਂ ਦੀ ਸਫਾਈ ਸੁਥਰਾਈ ਵਾਸਤੇ ਜੀ। ਬਾਕੀ ਜਿਹੜੀ ਚਕੋਰ ਕਿਸਮ ਦੇ ਪਰਿੰਦੇ ਨੇ ਨਾ, ਚਕੋਰ ਜੀ, ਉਹ ਬਿਹਤਰੀਨ ਹੁੰਦੇ ਨੇ। ਹਾਂਜੀ, ਜਿਹਨੂੰ ਟੀਚਰ ਵੀ ਕਹਿੰਦੇ ਆ। ਠੀਕ ਹੈ ਜੀ। ਜਿਹੜਾ ਚੁਗਦੀ ਹੈ ਜੀ। ਉਹਦਾ ਰਾਜ ਹੈ। ਵੈਸੇ ਚੌਰ ਸਾਹਿਬ, ਮੇਰਾ ਜ਼ਾਤੀ ਤਜਰਬਾ ਹੈ, ਉਹ ਜਿਹੜੀ ਚਕੋਰ ਆ ਨਾ ਜੀ, ਉਹ ਜਿਹੜਾ ਭੌਣ ਹੁੰਦਾ ਨਾ ਚਿਚੜਾਂ ਦਾ, ਉਹਦੇ ਤੋਂ ਹੀ ਮਕਾਨ ਦੀ ਆ। ਵੱਢ ਕੇ ਉਹਦੇ ਤੋਂ ਨਾ ਖਾਓ, ਵੱਢ ਸਿੱਟੀ ਜਾਂਦੀ ਆ। ਉਹ ਸਾਨੂੰ ਜ਼ਰੂਰ ਰੱਖਣੀਆਂ ਚਾਹੀਦੀਆਂ ਆਪਣੇ ਫਾਰਮਾਂ ਤੇ। ਹਾਂਜੀ, ਖੂਬਸੂਰਤੀ ਵੀ ਹੈ। ਠੀਕ ਜੀ। ਚੌਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਅੱਲਾਹ ਤਾਲਾ ਤੁਹਾਨੂੰ ਸ਼ਾਦ ਓ ਆਬਾਦ ਰੱਖੇ, ਹੱਸਦਿਆਂ ਵਸਦਿਆਂ ਰੱਖੇ। ਅੱਲਾਹ ਤਾਲਾ ਬਰਕਤ ਦੇਵੇ। ਅਸਲਾਮ ਅਲੈਕਮ ਜੀ। ਲਓ ਜੀ, ਇਹ ਉੱਥੋਂ ਡੇਅਰੀ ਫਾਰਮ ਤੇ ਬਿਜਲੀ ਨਹੀਂ ਹੈ। ਇਹਨਾਂ ਨੇ 2 ਪਲੇਟਾਂ ਲਾਈਆਂ, ਉਹਦੇ ਨਾਲ ਇਹ ਜਿਹੜਾ ਹੈ ਨਾ ਜੀ ਡੋਂਕੀ ਪੰਪ ਚੱਲ ਰਿਹਾ। ਇਹ ਵੀ ਬਹੁਤ ਵਧੀਆ ਸਿਸਟਮ ਹੈ। ਮੈਂ ਦਿਖਾਲਦਾ ਜੀ ਇਹਨਾਂ ਨੂੰ, ਪੁੱਛਦਾ। ਚੌਰ ਸਾਹਿਬ, ਤੁਹਾਡਾ ਡੋਂਕੀ ਚੱਲਣ ਡਿਆ ਹੈ, ਇਹ ਸੋਲਰ ਤੇ ਚੱਲ ਰਿਹਾ? ਜੀ, ਸੋਲਰ ਤੇ। ਬਿਜਲੀ ਨਹੀਂ ਹੈਗੀ ਡੇਰੇ ਤੇ? ਇਹ ਤੁਹਾਡੀ ਜ਼ਰੂਰਤ ਪੂਰੀ ਕਰ ਦਿੰਦਾ ਸੋਲਰ? ਤੇ ਪਾਣੀ ਤੁਸੀਂ ਜ਼ਮੀਨ ਚੋਂ ਲੈ ਰਹੇ ਆ ਜਾਂ ਜ਼ਮੀਨ ਚੋਂ ਪਾਣੀ? ਮਿੱਠਾ ਪਾਣੀ ਜ਼ਮੀਨ ਦਾ ਇੱਥੇ ਮਿੱਠਾ ਪਾਣੀ ਹੋ ਗਿਆ ਆ, ਕੁਦਰਤੀ ਤੌਰ ਤੇ। ਅੱਛਾ ਜੀ, ਚਲੋ ਬਹੁਤ ਸ਼ੁਕਰੀਆ। ਇਹ ਤਾਂ ਬਹੁਤ ਹੋਰ ਵਧੀਆ ਕਿ ਤੁਸੀਂ ਨਾ ਜੀ ਸੋਲਰ એનર્ਜੀ ਤੋਂ ਵੀ ਫਾਇਦਾ ਲੈ ਰਹੇ ਆ ਜੀ। ਰਾਤ ਨੂੰ ਲਾਈਟ ਦੀ ਬਾਲ ਲੈਣੇ ਅਸੀਂ ਫਾਰਮ ਤੇ। ਉਹ ਬੈਟਰੀਆਂ ਰੱਖੀਆਂ?
ਅੱਛਾ, ਰਾਤ ਨੂੰ ਲਾਈਟ ਵੀ ਇਹਦੀ ਹੁੰਦੀ ਆ, ਦਿਨੇ ਟਿਊਬਵੈੱਲ ਦਾ, ਤੇ ਟੋਕਾ ਜਿਹੜਾ ਉਹ ਤੁਸੀਂ ਪੀਟਰ ਤੇ ਲਾਇਆ। ਅੱਛਾ ਜੀ, ਬਹੁਤ ਸ਼ੁਕਰੀਆ। ਠੀਕ।